ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਵਤਾ ਦੀ ਪੁਕਾਰ ਸੁਣ ਕੇ ਜਗਤ ਦੇ ਉਧਾਰ ਲਈ ਆਏ ਗੁਰੂ ਨਾਨਕ ਸਾਹਿਬ ਜੀ ਨੇ ਦਸਾਂ ਜਾਮਿਆਂ ਵਿੱਚ ਇੱਕ ਰੱਬੀ ਉਪਦੇਸ਼ ਦੇ ਕੇ ਮਨੁੱਖ ਨੂੰ ਜੀਵਨ ਦਾ ਹਰ ਇੱਕ ਰਹੱਸ ਸਮਝਾਇਆ। ਉਹਦੇ ਵਿੱਚੋਂ ਆਪਾਂ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਦੀ ਵਿਚਾਰ ਕਰਦੇ ਆ ਰਹੇ ਹਾਂ। ਸਤਿਗੁਰੂ ਨੇ ਕਿਵੇਂ ਮਾਨਵਤਾ ਦੇ ਉਧਾਰ ਲਈ ਪਰਉਪਕਾਰ ਕੀਤੇ, ਮਨੁੱਖ ਨੂੰ ਗਿਆਨ ਬਖਸ਼ਿਆ ਤੇ ਉਹਨੂੰ ਜੀਵਨ ਗੁਜ਼ਾਰਨ ਦੀ ਇੱਕ ਵਧੀਆ ਢੰਗ ਦੀ ਜੀਵਨ ਯੁਕਤ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਵੱਖੋ ਵੱਖਰੇ ਸਵਾਲ, ਵੱਖੋ ਵੱਖਰੀਆਂ ਭਾਵਨਾਵਾਂ ਲੈ ਕੇ ਉਹ ਗੁਰੂ ਕੇ ਸਿਖਾਉਂਦੇ ਸਨ ਤੇ ਆਪਣੇ ਮਨ ਦੇ ਸ਼ੰਕੇ ਨਿਵਰਤ ਕਰਕੇ ਗੁਰਮਤਿ ਨੂੰ ਧਾਰਨ ਕਰਕੇ ਜੀਵਨ ਨੂੰ ਸੁੱਖਾ ਭਰਿਆ ਬਣਾ ਕੇ ਆਪਣੇ ਪਰਿਵਾਰ ਗ੍ਰਸਤੀ ਤੇ ਘਰਾਂ ਵਿੱਚ ਪਰਤ ਆਉਂਦੇ ਸਨ। ਇੱਕ ਨਵੇਕਲੀ ਕਿਸਮ ਦੀ ਗੱਲ ਉਹਨਾਂ ਨੂੰ ਵੇਖਣ ਨੂੰ ਮਿਲਦੀ ਸੀ। ਆਮ ਕਰਕੇ ਕੀ ਹੁੰਦਾ ਸੀ, ਬਹੁਤਾਤ ਥਾਵਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੀ ਮੂਰਤੀ ਪੂਜਾ, ਕਰਮ ਕਾਂਡ ਇਤਿਆਦਿਕ ਤਾਂ ਬੜੇ ਸਨ, ਭਰਮ ਪਾਉਣ ਵਾਲੀਆਂ ਗੱਲਾਂ ਤਾਂ ਬਹੁਤ ਸਨ, ਪਰ ਸਿੱਧੇ ਸਾਦੇ ਜੀਵਨ ਦੇ ਵਿੱਚ ਨਿੱਤ ਦਿਹਾੜੇ ਵਿਚਰਦਿਆਂ ਇਹੋ ਜਿਹੀਆਂ ਗੱਲਾਂ ਮਨੁੱਖ ਨੂੰ ਆਮ ਨਹੀਂ ਸੀ ਮਿਲਦੀਆਂ। ਗੁਰੂ ਸਾਹਿਬਾਂ ਦੇ ਕੋਲ ਦਿਲ ਖੋਲ੍ਹ ਕੇ ਗੱਲ ਕਰ ਲੈਣੀ ਤੇ ਗੁਰੂ ਸਾਹਿਬਾਂ ਦੇ ਕੋਲ ਸੁਖੈਨ ਜੇ ਢੰਗ ਦਾ ਉਪਦੇਸ਼ ਲੈ ਕੇ ਜੀਵਨ ਨੂੰ ਸਾਵਾਂ ਪੱਧਰਾ ਕਰ ਲੈਣਾ, ਇਹ ਉਹਨਾਂ ਲੋਕਾਂ ਲਈ ਇੱਕ ਅੱਤ ਦਾ ਸੁਖੈਨ ਧਰਮ ਤੇ ਗੁਰੂ ਦੀਆਂ ਅਸੀਸਾਂ ਲੱਗਦੀਆਂ ਸੀ। ਇਸ ਲਈ ਹਰ ਇੱਕ ਪ੍ਰੇਮੀ ਜਿਹੜਾ ਸੀ ਉਹ ਗੁਰੂ ਸਾਹਿਬ ਨਾਲ ਵਿਚਾਰ ਕਰਨ ਲੱਗਿਆਂ ਕਦੇ ਹਿਚਕਚਾਉਂਦਾ ਨਹੀਂ ਸੀ। ਇਸੇ ਤਰ੍ਹਾਂ ਦਾ ਇੱਕ ਜ਼ਿਕਰ ਅੱਜ ਹੋਰ ਸਾਂਝਾ ਕਰਨਾ। ਇੱਕ ਭਾਈ ਧਿੰਗਾ ਉਹ ਗੁਰੂ ਚਰਨਾਂ ਵਿੱਚ ਆਇਆ। ਉਹਨੇ ਬੜੀ ਮਹਿਮਾ ਸੁਣੀ ਸੀ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ, ਤੇ ਆ ਕੇ ਜੋ ਕੁਝ ਉਹਨੇ ਸੁਣਿਆ ਸੀ ਉਹਨੇ ਵੈਸੇ ਹੀ ਦਰਬਾਰ 'ਚ ਦੇਖ ਵੀ ਲਿਆ। ਕੋਈ ਇੱਥੇ ਜਾਤ ਬਰਾਦਰੀ ਦੀ ਗੱਲ ਨਹੀਂ, ਕੋਈ ਇੱਥੇ ਉੱਤਮ ਨੀਚਤਾ ਦੀ ਗੱਲ ਨਹੀਂ, ਕੋਈ ਇੱਥੇ ਕਿਸੇ ਨਾਲ ਵਿਤਕਰਾ ਬਕਰੇਵਾ ਨਹੀਂ ਹੈ। ਜਿਹੜਾ ਜੀ ਕਰਦਾ ਸੇਵਾ ਕਰ ਸਕਦਾ, ਜਿਹੜਾ ਜੀ ਕਰਦਾ ਲੰਗਰ ਵਰਤਾ ਸਕਦਾ, ਜਿਹੜਾ ਜੀ ਕਰਦਾ ਭਾਂਡੇ ਮਾਂਜ ਸਕਦਾ, ਜਿਹੜਾ ਜੀ ਕਰਦਾ ਗੁਰੂ ਘਰ ਵਿੱਚ ਝਾੜੂ ਦੇ ਸਕਦਾ, ਜਿਹੜਾ ਜੀ ਕਰਦਾ ਸੰਗਤ ਵਿੱਚ ਬਰਾਬਰ ਬੈਠ ਕੇ ਉਪਦੇਸ਼ ਸੁਣ ਸਕਦਾ। ਕੋਈ ਫਰਕ ਨਹੀਂ, ਕੋਈ ਵਖਰੇਵਾ ਨਹੀਂ। ਹੁਣ ਜਦੋਂ ਇਹੋ ਜਿਹਾ ਵਰਤ ਵਿਹਾਰ ਦੇਖਿਆ ਤੇ ਭਾਈ ਧਿੰਗਾ ਜੀ ਨੇ ਇੱਕ ਦੋ ਦਿਨ ਸੇਵਾ ਕਰਕੇ ਦੇਖੀ ਤੇ ਮਨ ਵਿੱਚ ਵਿਚਾਰ ਬਣੀ ਵੀ ਕਿਉਂ ਨਾ ਮੈਂ ਗੁਰੂ ਦੇ ਉਪਦੇਸ਼ ਨੂੰ ਲੈ ਕੇ ਜੀਵਨ ਵਿੱਚ ਕਮਾਵਾਂ। ਬੜਾ ਮਨ ਉਤਸ਼ਾਹਿਤ ਹੋਇਆ ਗੁਰੂ ਘਰ ਦਾ ਕੀਰਤਨ ਸੁਣ ਕੇ, ਗੁਰਮਤਿ ਦੀਆਂ ਵਿਚਾਰਾਂ ਸੁਣ ਕੇ, ਦੂਜੇ ਗੁਰੂ ਕੇ ਸਿੱਖਾਂ ਦਾ ਜੀਵਨ ਦੇਖ ਕੇ। ਕਿਉਂਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਕੁਝ ਆਪਣੇ ਦਰਬਾਰ ਵਿੱਚੋਂ ਹਟਾਇਆ ਸੀ ਉਹ ਉਹਨਾਂ ਨੇ ਹੱਡੀ ਹੰਢਾਏ ਹੋਏ ਦਰਦ ਸਨ। ਉਹਨਾਂ ਨੇ ਦੇਖਿਆ ਸੀ ਕਿਵੇਂ ਧਾਰਮਿਕ ਸਥਾਨਾਂ 'ਤੇ ਵਿਤਕਰੇ ਹੁੰਦੇ ਨੇ, ਕਿਵੇਂ ਭਰਮ ਦੀ ਦੁਨੀਆ ਵਿੱਚ ਪਾ ਕੇ ਇੱਕ ਆਮ ਮਨੁੱਖਤਾ ਦੀ ਲੁੱਟ ਦਾ ਵਸੀਲਾ ਬਣਾਇਆ ਹੋਇਆ ਸੀ। ਇਹ ਸਾਰੀਆਂ ਗੱਲਾਂ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤੀਆਂ। ਮੈਨੂੰ ਬਾਰ-ਬਾਰ ਬਚਨ ਬੜੇ ਪਿਆਰੇ ਲੱਗਦੇ ਨੇ। ਇੱਥੇ ਕੀ ਵਰਤਦਾ, ਖੋਬੈ ਸਿਫਤ ਖਸਮਦੀ, ਨੂਰ ਅਰਸ਼ੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਸ਼ਬਦਾਂ ਦੇ ਵਿੱਚੋਂ ਆਪਣੀਆਂ ਖੁਸ਼ੀਆਂ, ਜੀਵਨ ਦੀ ਸਫਲਤਾ, ਪਰਿਵਾਰਕ ਸੁੱਖ ਸ਼ਾਂਤੀ, ਵਿਕਾਰਾਂ ਨੂੰ ਕਾਬੂ ਕਰਨਾ, ਮਾਇਆ ਵਿੱਚ ਨਿਰਲੇਪ ਰਹਿਣਾ, ਸਭ ਕੁਝ ਹੀ ਸਿੱਖ ਕੇ ਜਾਂਦੇ ਸਨ। ਕੋਈ ਕਿਸੇ ਕਿਸਮ ਦੀ ਕਰਮਕਾਂਡ ਦੀ ਭਾਵਨਾ ਬਾਕੀ ਬਚਦੀ ਨਹੀਂ ਸੀ। ਮੈਂ ਬੇਨਤੀ ਕਰਨ ਲੱਗਾ ਸਾਂ ਭਾਈ ਧਿੰਗਾ ਜੀ ਦੀ। ਉਹਨਾਂ ਨੇ ਕਥਾ ਕੀਰਤਨ ਸੁਣਿਆ
ਤੇ ਗੁਰੂ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਪਾਤਸ਼ਾਹ ਜਿੱਥੇ ਵੀ ਜਾਈਦਾ ਉੱਥੇ ਬੜਾ ਵਿਤਕਰਾ ਹੁੰਦਾ ਹੈ। ਮੈਂ ਨਾਈਆਂ ਦੀ ਸ਼੍ਰੇਣੀ ਵਿੱਚੋਂ ਹੈ, ਉਸੇ ਤਰ੍ਹਾਂ ਦੇ ਕਰਮ ਕਰਨੇ ਨੇ ਮੈਂ ਜੋ ਪਿਤਾ ਪੁਰਖੀ ਚੱਲੇ ਆ ਰਹੇ ਨੇ। ਪਰ ਇਤਨੇ ਲੋਕਾਂ ਦੇ ਕੰਮ ਕਰਦਿਆਂ ਵੀ ਸਾਨੂੰ ਕਦੇ ਕਿਸੇ ਨੇ ਸਨਮਾਨ ਨਾਲ ਬੁਲਾਇਆ ਨਹੀਂ, ਸਾਨੂੰ ਕਦੇ ਕਿਸੇ ਨੇ ਇੰਨਾ ਪਿਆਰ ਨਹੀਂ ਦਿੱਤਾ ਜਿੰਨਾ ਤੁਹਾਡੀ ਸੰਗਤ ਵਿੱਚ ਆ ਕੇ ਮੈਨੂੰ ਮਿਲਿਆ, ਜਿੰਨਾ ਮੈਂ ਇੱਥੇ ਆਨੰਦ ਮਾਣਿਆ। ਇੱਥੇ ਕਹਿਣ ਦਾ ਧਰਮ ਨਹੀਂ, ਬਲਕਿ ਧਰਮ ਕਮਾਇਆ ਜਾਂਦਾ ਹੈ। ਸੱਚ ਕਰਕੇ ਜਾਣਿਓ, ਜਿਨ੍ਹਾਂ ਗਰੀਬਾਂ ਨੂੰ ਸਨਮਾਨ ਮਿਲਦਾ ਹੈ ਨਾ, ਤੇ ਉਹ ਮਰ ਮਿਟਣ ਲਈ ਤਿਆਰ ਹੋ ਜਾਂਦੇ ਨੇ। ਹੁਣ ਗੁਰੂ ਘਰ ਦੇ ਵਿੱਚ ਤਾਂ ਬਹੁਤੀਆਂ ਗੱਲਾਂ, ਇੱਥੇ ਤਾਂ ਨਾ ਹੀ ਨਾਉ ਗਰੀਬ ਨਵਾਜ ਹੈ, ਇੱਥੇ ਤਾਂ ਨਾ ਹੀ ਗੁਰੂ ਦਾ ਗਰੀਬ ਨਵਾਜ ਹੈ, ਇੱਥੇ ਤਾਂ ਪਿਆਰ ਪ੍ਰੀਤ ਸੱਚੀ ਮਿਲਦੀ ਹੈ। ਤਾਂ ਭਾਈ ਧੰਗਾ ਜੀ ਕਹਿਣ ਲੱਗੇ ਵੀ ਸਤਿਗੁਰੂ, ਬਾਕੀ ਥਾਵਾਂ ਤੇ ਬੜੇ ਵੱਖਰੇਵੇਂ, ਨਾ ਕੋਈ ਸਾਡੇ ਲਈ ਧਾਰਮਿਕ ਗ੍ਰੰਥ ਹੈ, ਨਾ ਕੋਈ ਸਾਡੇ ਲਈ ਧਾਰਮਿਕ ਸਥਾਨ ਹੈ, ਨਾ ਕੋਈ ਸਾਡੇ ਲਈ ਧਾਰਮਿਕ ਕਿਰਿਆ, ਬਲਕਿ ਸਾਨੂੰ ਇਹ ਸਿਖਾ ਦਿੱਤਾ ਜਾਂਦਾ ਹੈ ਵੀ ਇਹ ਗੱਲਾਂ ਤੁਹਾਨੂੰ ਜਨਮ ਤੋਂ ਹੀ ਮਿਲੀਆਂ ਨੇ ਤੇ ਤੁਹਾਨੂੰ ਇਵੇਂ ਹੀ ਵਿਚਰਨਾ ਪਏਗਾ। ਗੁਰਦੇਵ ਗੁਰੂ ਅੰਗਦ ਸਾਹਿਬ ਜੀ ਨੇ ਬੜੇ ਪਿਆਰ ਨਾਲ ਸੰਗਤ ਵਿੱਚ ਖਲੋਤੇ ਭਾਈ ਧੰਗਾ ਜੀ ਦੀ ਇੱਕ ਇੱਕ ਗੱਲ ਨੂੰ ਸੁਣਿਆ, ਅਦਬ ਨਾਲ ਸੁਣ ਕੇ ਤੇ ਬੜੇ ਅਦਬ ਨਾਲ ਹੀ ਜਵਾਬ ਦਿੱਤਾ। ਕਹਿਣ ਲੱਗੇ, ਭਾਈ ਧੰਗਾ ਜੀ, ਜੇ ਤੁਸੀਂ ਇਹ ਜਾਤ ਬਰਾਦਰੀ ਦੀ ਗੱਲ ਕਰਦੇ ਹੋ ਨਾ, ਤਾਂ ਕਿ ਤੁਹਾਨੂੰ ਸੌਖੀ ਸਮਝ ਲੱਗ ਜਾਏ, ਤੁਸੀਂ ਇਹਨਾਂ ਦੇ ਮਗਰ ਜਾਂਦੇ ਹੀ ਕਿਉਂ ਹੈ? ਤੁਸੀਂ ਇਹਨਾਂ ਮਗਰ ਜਾਂਦੇ ਕਿਉਂ ਜਿਹੜੇ ਦੁਰਕਾਰਦੇ ਨੇ? ਤੁਸੀਂ ਉਹਨਾਂ ਮਗਰ ਕਿਉਂ ਨਹੀਂ ਜਾਂਦੇ ਜਿਨ੍ਹਾਂ ਨੇ ਤੁਹਾਡੇ ਜੀਵਨ ਦੀਆਂ ਲੀਹਾਂ ਪੱਧਰੀਆਂ ਕੀਤੀਆਂ ਨੇ? ਭਾਈ ਧੰਗਾ ਜੀ ਕਹਿਣ ਲੱਗੇ, ਸਤਿਗੁਰੂ ਮੈਨੂੰ ਸਮਝ ਨਹੀਂ ਲੱਗੀ, ਤੁਸੀਂ ਥੋੜ੍ਹਾ ਜਿਹਾ ਖੋਲ੍ਹ ਕੇ ਦੱਸੋਗੇ? ਹਜ਼ੂਰ ਕਹਿਣ ਲੱਗੇ, ਭਾਈ ਧੰਗਾ ਜੀ, ਜੇ ਤੁਸੀਂ ਕਹਿੰਦੇ ਹੋ ਮੈਂ ਨਾਈ ਹੈ, ਮੈਂ ਤਾਂ ਕਰਕੇ ਕਹਿਣ ਲੱਗਾ ਸਾਡੇ ਘਰ ਵਿੱਚ ਨਹੀਂ ਇਹੋ ਜਿਹਾ ਵੱਖਰੇਵਾਂ, ਪਰ ਜੇ ਤੁਸੀਂ ਕਹਿੰਦੇ ਹੋ ਮੈਂ ਤਾਂ ਕਹਿਣ ਲੱਗਾ। ਤੇ ਭਾਈ ਧੰਗਾ ਜੀ, ਸ਼ੈਨ ਨਾਈ, ਉਹ ਵੀ ਨਾਈ ਕਰਕੇ ਹੀ ਪ੍ਰਸਿੱਧ ਹੋਏ ਸਨ, ਪਰ ਅੱਜ ਉਹਨਾਂ ਦੀ ਕੀਤੀ ਬੰਦਗੀ ਨੇ ਉਹਨਾਂ ਨੂੰ ਭਗਤ ਸੈਨ ਜੀ ਪ੍ਰਸਿੱਧ ਕਰ ਦਿੱਤਾ ਹੈ। ਤੇ ਉਹਨਾਂ ਦੀ ਭਗਤੀ ਵਿੱਚੋਂ ਲੋਕ ਆਪਣੇ ਜੀਵਨ ਦੇ ਸੁੱਖ ਪ੍ਰਾਪਤ ਕਰਦੇ ਨੇ। ਤੇ ਕਿੰਨਾ ਚੰਗਾ ਹੋਵੇ ਤੁਸੀਂ ਆਪਣੇ ਵਡੇਰਿਆਂ ਦੇ ਇਤਿਹਾਸ ਤੋਂ ਸਿੱਖਿਆ ਲਵੋ। ਤੁਸੀਂ ਵੀ ਰੱਬੀ ਇਬਾਦਤ ਕਰਕੇ ਸੈਨ ਜੀ ਵਰਗਾ ਜੀਵਨ ਗੁਜ਼ਾਰ ਕੇ, ਭਗਤ ਸੈਨ ਜੀ ਵਰਗਾ ਲੋਕਾਂ ਨੂੰ ਰਾਹ ਦੱਸਣ ਵਾਲਾ ਇੱਕ ਨਵਿਕਲਾ ਉਪਦੇਸ਼ ਕਮਾ ਸਕਦੇ ਹੋ। ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ। ਭਗਤ ਧੰਗਾ ਜੀ ਨੇ ਬੜੇ ਪਿਆਰ ਨਾਲ ਸੁਣਿਆ। ਗੁਰੂ ਅੰਗਦ ਸਾਹਿਬ ਜੀ ਨੇ ਭਾਈ ਧੰਗਾ ਜੀ ਨੂੰ ਭਗਤ ਸੈਨ ਜੀ ਦੇ ਜੀਵਨ ਦੇ ਉਹ ਰਹੱਸ ਭਰੇ ਕੌਤਕ ਬਿਆਨ ਕੀਤੇ ਤੇ ਬੜੇ ਪਿਆਰ ਨਾਲ ਆਪਣੇ ਅੰਦਰੋਂ ਭਿੱਜ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕੇ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਇੱਕ ਰਹਿਮਤ ਅੱਜ ਹੋਰ ਕਰ ਦਿਓ, ਬਖਸ਼ਿਸ਼ ਕਰ ਦਿਓ। ਅਸੀਂ ਲੋਕ ਇਹੋ ਜਿਹੇ ਪਿਆਰ ਦੇ ਭੁੱਖੇ ਹਾਂ। ਲੰਮੇਰਾ ਸਮਾਂ ਹੋ ਗਿਆ ਦੁਨੀਆ ਦੇ ਦੁਰਕਾਰੇ ਜਾਣ ਦਾ, ਨਰਾਦਰ ਸਹਾਰਦੇ ਹਾਂ ਤੇ ਆਦਰ ਬੜਾ ਘੱਟ ਮਿਲਿਆ। ਅਸੀਂ ਆਪਣੇ ਬੱਚਿਆਂ ਨੂੰ, ਅਸੀਂ ਆਪਣੇ ਪਰਿਵਾਰਾਂ ਨੂੰ ਮਾਣ ਨਾਲ ਕਹਿ ਸਕੀਏ ਤੇ ਇੱਕ ਕਿਰਪਾ ਕਰੋ, ਜਿਹੜਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਮੈਂ ਇਹਨੂੰ ਕਮਾ ਸਕਾਂ। ਸਤਿਗੁਰੂ ਨੇ ਕਿਰਪਾ ਕੀਤੀ। ਕਹਿਣ ਲੱਗੇ, ਭਾਈ ਧੰਗਾ ਜੀ, ਮੈਂ ਸਾਰਾ ਕੁਝ ਅੱਖੀਂ ਵੇਖਿਆ ਹੈ, ਦੂਜੇ ਧਰਮ ਕਰਮ ਵੀ ਦੇਖੇ ਨੇ, ਮੈਂ ਹੰਢਾਏ ਹੋਏ ਨੇ ਉਹ, ਪਰ ਗੁਰੂ ਘਰ ਵਿੱਚ ਤੇ ਉਹਨਾਂ ਦੇ ਵੇਦ ਗ੍ਰੰਥਾਂ ਵਿੱਚ ਅੰਤਰ ਕੀ ਹੈ? ਸਤਿਗੁਰੂ ਦਾ ਇੱਕ ਬਚਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਦਾਤੇ ਨੇ ਬਖਸ਼ਿਸ਼ ਕੀਤਾ ਸੀ। ਕਹਿਣ ਲੱਗੇ, ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ। ਜਿਹੜੇ ਉਹਨਾਂ ਦੀਆਂ ਧਾਰਮਿਕ ਗ੍ਰੰਥਾਂ ਦੀਆਂ ਕਥਾ ਕਹਾਣੀਆਂ ਨੇ, ਉਹ ਤੇ ਸਿਰਫ ਪਾਪ ਤੇ ਪੁੰਨ ਦੀ ਵਿਚਾਰ ਕਰਦੇ ਨੇ,
ਰੱਬ ਦੀ ਤਾਂ ਗੱਲ ਹੀ ਨਹੀਂ ਕਰਦੇ, ਪਰਮੇਸ਼ਰ ਦੀ ਤਾਂ ਗੱਲ ਹੀ ਨਹੀਂ ਕਰਦੇ। ਵਿਕਾਰਾਂ ਤੋਂ ਕਿਵੇਂ ਮੁਕਤ ਹੋਣਾ ਹੈ ਇਹਦਾ ਰਾਹ ਨਹੀਂ ਦਿਖਾਉਂਦੇ। ਕਥਾ ਕਹਾਣੀ ਵੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ, ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਕਹਿਣ ਲੱਗੇ ਬਸ ਇੱਥੇ ਹੀ ਰੁਕੇ ਹੋਏ ਨੇ, ਮੈਂ ਕੀ ਦਿੱਤਾ ਤੇ ਕੀ ਮਿਲਣਾ ਹੈ। ਮੇਰੇ ਕਰਮਾਂ ਦੇ ਨਾਲ ਮੈਨੂੰ ਨਰਕ ਮਿਲਣਾ ਜਾਂ ਸਵਰਗ ਮਿਲਣਾ। ਰੱਬ ਦੇ ਘਰ ਤੋਂ ਭੇਜਦੇ ਹੀ ਨਹੀਂ, ਮਾਲਕ ਦੇ ਘਰ ਦੀ ਤਾਂ ਗੱਲ ਹੀ ਨਹੀਂ ਕਰਦੇ। ਸੰਸਾਰ ਦੀ ਗੱਲ ਕਰਦੇ ਆ ਤਾਂ ਇੱਥੇ ਲੈਣ ਦੇਣ ਦਾ ਚੱਕਰ ਹੈ। ਜੇ ਅਗਲੀ ਗੱਲ ਕਰਦੇ ਨੇ ਤਾਂ ਉੱਥੇ ਨਰਕ ਸਵਰਗ ਦੀ ਗੱਲ ਹੈ। ਹੁਣ ਇਹਦੇ ਚੋਂ ਰੱਬ ਦੀ ਗੱਲ ਤਾਂ ਕਿਤੇ ਦੱਸਦੇ ਹੀ ਨਹੀਂ। ਕਹਿੰਦੇ ਸਾਡੇ ਘਰ ਵਿੱਚ ਨਹੀਂ ਐਸਾ। ਉਹ ਲੋਕ ਕੀ ਕਰਦੇ ਨੇ, ਇਸ ਭਟਕਣਾ ਦੇ ਕਾਰਨ ਉਹਨਾਂ ਨੇ ਲੋਕਾਂ ਨੂੰ ਉੱਤਮ ਨੀਚ ਬਣਾ ਦਿੱਤਾ, ਉੱਚੇ ਨੀਵੇਂ ਬਣਾ ਦਿੱਤਾ, ਉੱਤਮ ਮੱਧਮ ਜਾਤੀ ਜਿਨਸੀ ਜਾਂ ਜਿਨਸਾਂ 'ਚ ਵੰਡ ਦਿੱਤਾ, ਜਾਤਾਂ ਵਿੱਚ ਵੰਡ ਦਿੱਤਾ, ਉੱਚੇ ਨੀਵੇਂ ਬਣਾ ਕੇ ਆਪਣੀ ਗੱਲ ਕਰ ਲਈ। ਭਰਮ ਭਵੈ ਸੰਸਾਰ, ਕਹਿੰਦੇ ਸਾਰਾ ਸੰਸਾਰ ਇਸ ਭਟਕਣਾ 'ਚ ਪਾ ਦਿੱਤਾ। ਗੁਰਮਤ ਕੀ ਹੈ? ਇਹ ਉਹਨਾਂ ਦੇ ਵੇਦ ਗ੍ਰੰਥਾਂ ਦੀ ਗੱਲ ਸੀ ਭਾਈ ਢੀਂਗਾ ਜੀ। ਹੁਣ ਗੁਰਮਤ ਕੀ ਹੈ? ਅੰਮ੍ਰਿਤ ਬਾਣੀ। ਇਹ ਤਾਂ ਪਿਆਰ ਦੀ ਭਰੀ ਅੰਮ੍ਰਿਤਮਈ ਬਾਣੀ ਹੈ। ਤਤ ਬਖਾਣੀ, ਇਹ ਪਾਪ ਉਹਨਾਂ ਦੀ ਵਿਚਾਰ ਨਹੀਂ ਕਰਦੀ। ਇਹ ਤਾਂ ਤਤ ਬਖਾਣੀ, ਜੀਵਨ ਦੇ ਰੱਬੀ ਅਸਲੀ ਗੁਣਾਂ ਨੂੰ ਤੁਸੀਂ ਕੀ ਕਰਨਾ ਚਾਹੀਦਾ ਇਹ ਤੇ ਉਹਦੀ ਗੱਲ ਕਰਦੀ ਹੈ। ਅੰਮ੍ਰਿਤ ਬਾਣੀ ਤਤ ਬਖਾਣੀ, ਗਿਆਨ ਧਿਆਨ ਵਿੱਚ ਆਈ। ਇਹ ਮਨੁੱਖੀ ਸੋਚ ਵਿੱਚੋਂ ਪੈਦਾ ਹੋਈਆਂ ਗੱਲਾਂ ਨਹੀਂ, ਇਹ ਤਾਂ ਰੱਬੀ ਧਿਆਨ ਵਿੱਚ ਜੁੜ ਕੇ, ਰੱਬੀ ਗਿਆਨ ਪ੍ਰਾਪਤ ਕਰਕੇ, ਇਹ ਉੱਥੋਂ ਹਿਰਦਿਆਂ ਦੇ ਚਸ਼ਮਿਆਂ 'ਚ ਫੁੱਟੀ ਬਾਣੀ ਹੈ। ਅੰਮ੍ਰਿਤ ਬਾਣੀ ਤਤ ਬਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ। ਇਹ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਇਹ ਕੋਈ ਮਨੁੱਖੀ ਸੋਚ ਵਿੱਚੋਂ ਪੈਦਾ ਨਹੀਂ ਹੋਈ। ਗੁਰਮੁਖ ਆਖੀ, ਗੁਰਮੁਖ ਜਾਤੀ, ਸੁਰਤੀ ਕਰਮ ਤੇ ਆਈ। ਕਹਿਣ ਲੱਗੇ ਇਹਨੂੰ ਕੋਈ ਗੁਰਮੁਖ ਹੀ ਜਾਣ ਕੇ ਆਪਣੇ ਜੀਵਨ ਵਿੱਚ ਧਾਰਨ ਕਰਦਾ ਹੈ, ਜਿਹੜਾ ਬਾਕੀ ਦੇ ਕਰਮ ਕਾਂਡਾਂ ਤੋਂ ਲੋਕ ਲਾਜ ਤੋਂ ਉੱਚਾ ਉੱਠ ਜਾਂਦਾ ਹੈ। ਉਸ ਜੀਵਨ ਦੇ ਸੱਚ ਨੂੰ ਸਮਝ ਲੈਂਦਾ। ਸੁਰਤੀ ਕਰਮ ਤੇ ਆਈ, ਕਹਿਣ ਲੱਗੇ ਆਪਣੀ ਸੁਰਤ ਦੇ ਨਾਲ ਧਿਆ ਕੇ ਆਪਣੇ ਕਰਮਾਂ ਦੇ ਵਿੱਚ ਧਾਰਨ ਕਰਦਾ ਹੈ, ਬਖਸ਼ਿਸ਼ ਦਾ ਪਾਤਰ ਬਣਦਾ ਹੈ। ਭਾਈ ਢੀਂਗਾ ਜੀ ਨੇ ਗੁਰੂ ਦੇ ਉਪਦੇਸ਼ ਨੂੰ ਲਿਖ ਕੇ ਆਪਣੇ ਕੋਲ ਲਿਆ ਤੇ ਗੁਰੂ ਦੇ ਬਚਨਾਂ ਨੂੰ ਆਪਣੇ ਦਿਲ ਦੀ ਤਖਤੀ ਤੇ ਲਿਖ ਲਿਆ, ਤਾਂ ਕਿ ਸਦਾ ਲਈ ਮੈਂ ਇਹਨਾਂ ਬਚਨਾਂ ਨੂੰ ਕਮਾ ਸਕਾਂ। ਲੜੀ ਨੂੰ ਆਪਾਂ ਅੱਗੇ ਤੋਰੀਏ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਮਰਵਾਹਾ ਖੱਤਰੀ ਭਾਈ ਗੋਇੰਦਾ ਆਇਆ। ਇਹਨੇ ਆ ਕੇ ਇੱਕ ਬੇਨਤੀ ਕੀਤੀ, ਪਾਤਸ਼ਾਹ ਮੇਰੇ ਮਨ ਵਿੱਚ ਇੱਕ ਤਾਂਘ ਹੈ, ਮੇਰੇ ਮਨ ਦੀ ਇੱਕ ਇੱਛਾ ਹੈ। ਸਾਡੇ ਬਜ਼ੁਰਗਾਂ ਨੇ ਬਹੁਤ ਵਧੀਆ ਕੰਮ ਕੀਤੇ, ਬੜੇ ਚੰਗੇ ਨਾਮਣੇ ਵਾਲੇ ਸਨ। ਮੈਂ ਚਾਹੁੰਦਾ ਮੇਰੇ ਕੋਲ ਜ਼ਮੀਨ ਜਾਇਦਾਦ ਬਹੁਤ ਹੈ। ਅਕਸਰ ਤੀਜੀ ਜਾਂ ਚੌਥੀ ਪੀੜ੍ਹੀ ਜਿਹੜੀ ਹੈ ਉਹ ਆਪਣੇ ਬਜ਼ੁਰਗਾਂ ਦੇ ਨਾਮਾਂ ਨੂੰ ਭੁੱਲਣ ਲੱਗ ਪੈਂਦੀ ਹੈ। ਮੈਂ ਚਾਹੁੰਦਾ ਲੋਕਾਂ ਨੂੰ ਪ੍ਰੇਰਨਾ ਮਿਲੇ, ਸਾਡੇ ਪਰਿਵਾਰ ਦੀ ਵੀ ਗੱਲ ਚੱਲੇ, ਤੇ ਮੈਂ ਆਪਣੇ ਬਜ਼ੁਰਗਾਂ ਦੇ ਨਾਂ ਤੇ ਇੱਕ ਨਗਰ ਵਸਾਉਣਾ ਚਾਹੁੰਦਾ। ਸਤਿਗੁਰੂ ਕਹਿਣ ਲੱਗੇ ਵੀ ਤੁਸੀਂ ਵਸਾਉਂਦੇ ਕਿਉਂ ਨਹੀਂ ਫਿਰ? ਉਹ ਕਹਿਣ ਲੱਗਿਆ ਪਾਤਸ਼ਾਹ ਵੱਡੀ ਮੁਸ਼ਕਲ ਹੈ। ਕਹਿੰਦੇ ਕੀ? ਕਹਿਣ ਲੱਗੇ ਜਦੋਂ ਵੀ ਮੈਂ ਨਗਰ ਵਸਾਉਣ ਲਈ ਕੋਈ ਉੱਥੇ ਨਿੱਕਾ ਮੋਟਾ ਘਰ, ਕੋਈ ਸਥਾਨ ਬਣਾਉਣ ਲੱਗਦਾ ਹੈ, ਦਿਨੇ ਮੈਂ ਬਣਾ ਕੇ ਜਾਣਾ ਤੇ ਰਾਤੀ ਉਹਨੂੰ ਢਾਹ ਦਿੰਦੇ ਨੇ। ਸਾਹਿਬ ਕਹਿੰਦੇ ਕੌਣ? ਕਹਿਣ ਲੱਗੇ ਪਾਤਸ਼ਾਹ ਉਸ ਇਲਾਕੇ ਵਿੱਚ ਭੂਤਾਂ ਤੇ ਪ੍ਰੇਤਾਂ ਦਾ ਵਾਸ ਹੈ। ਉਨੀ ਜ਼ਮੀਨ ਜਾਇਦਾਦ ਨੂੰ ਅਸੀਂ ਬਹੁਤਾ ਵਰਤਦੇ ਵੀ ਨਹੀਂ, ਤੇ ਉਸ ਇਲਾਕੇ 'ਚ ਮੈਂ ਨਗਰ ਵਸਾਉਣਾ ਚਾਹੁੰਦਾ, ਤੇ ਪਰ ਮੁਸ਼ਕਲ ਇਹ ਹੈ ਵੀ ਉੱਥੇ ਭੂਤਾਂ ਤੇ ਪ੍ਰੇਤਾਂ ਦਾ ਵਾਸ ਹੈ। ਮੈਂ ਬੜਾ ਜ਼ੋਰ ਲਾਇਆ, ਬੜੇ ਉਪਰਾਲੇ ਕੀਤੇ, ਪਰ ਮੈਨੂੰ ਪਤਾ ਲੱਗਿਆ ਵੀ ਜਿਹੜੀ ਦਾਤ ਤੁਹਾਡੇ ਕੋਲੋਂ ਮਿਲਦੀ ਹੈ ਉੱਥੇ ਕਿਸੇ ਦਾ ਕੋਈ ਵਸ ਨਹੀਂ ਚੱਲਦਾ। ਤੁਸੀਂ ਕਿਰਪਾ ਕਰੋਗੇ?
गुरु अंगद साहब महाराज जी कहन लगे भी ये किसी का पाया होया भरम ही है, कोई गल नहीं। मेरे सतगुरु ने रहमत की, बाबा अमरदास जी नूं सद्या, बाबा जी जावो, ये जिथे चाहुंदे ने उत्थे एक नगर वसावो, गोइंदे दे नाम ते वसावो, इन्हां दी परिवारक यादगार बन जाए। बड़ा धन दौलत है ना कोल। कहन लगे ठीक है, याद रखो जे एक घटना 1546 सन दी है। बाबा अमरदास जी गुरु अंगद साहब जी दे बचनां ते पहरा दिंदियां गोइंदे दे नाल चले गए, कुछ गुरु के सिख भी नाल चले गए। हुण याद रखियो जदों उत्थे सेवा आरंभ कीती ते कुदरती गल सी भी दूरों पारों संगतां आके भी सेवा करन लग पईयां, गुरु दा कारज सी। हुण अगे की हुंदा सी, अगे गोइंदा जिहड़े उत्थों दे मजदूर उत्थों दे लोग इकट्ठे करके लेके आउंदा सी, ਉਹ ਦਿਨੇ ਕੰਮ ਕਰਦੇ ਸੀ, ਰਾਤੀ ਚਲੇ ਜਾਂਦੇ ਸੀ। ਰਾਤ ਨੂੰ ਵੈਸੇ ਵੀ ਉਹਨਾਂ ਦੇ ਮਨ ਵਿੱਚ ਇੱਕ ਭਰਮ ਪਾ ਦਿੱਤਾ ਗਿਆ ਸੀ, ਡਰਦੇ ਸਨ। ਅੱਜ ਵੀ ਦੇਖੋ 21ਵੀਂ ਸਦੀ 'ਚ ਜਿਉਂਦੇ ਆ, ਫਿਰ ਵੀ ਸਾਡੇ ਮਨਾਂ 'ਚ ਭਰਮ ਨਹੀਂ ਜਾਂਦੇ। ਹੁਣ ਜਦੋਂ ਗੁਰੂ ਕੇ ਸਿੱਖ ਉੱਥੇ ਸੇਵਾ ਕਰਦੇ ਨੇ ਤੇ ਉਹ ਉੱਥੇ ਹੀ ਰਹਿੰਦੇ ਨੇ। ਉਹਨਾਂ ਨੇ ਉੱਥੇ ਹੀ ਸਮੇਂ ਲਈ ਛੋਟੇ ਛੋਟੇ ਟੈਂਟ ਕਹਿ ਲਓ ਜਾਂ ਅੱਜ ਦੀ ਭਾਸ਼ਾ ਵਿੱਚ ਛੋਟੀ ਛੋਟੀਆਂ ਝੁੱਗੀਆਂ ਕਹਿ ਲਓ, उन्होंने दिने सेवा करनी, रात देर तक भी सेवा करनी ते उत्थे ही निवास करना। उत्थे सतगुरु की बाणी पढ़ अमृत वेले गुरु अंगद साहब जी के वचन है, चौथे पैर सुबह कै सुरतियां उपजे चाओ, तिना दरियावां स्यों दोस्ती, मन मुख सच्चा नाओ। है भी ये ब्यासा के किनारे है, तरन तारण साहब तो कुछ दूरी ते स्थान है। तो उत्थे इशनान पान करके गुरु साहब की बाणी पढ़नी ते मालिक की किरपा हुई, उन्हां दे मनां च तां कोई खौफ नहीं। अज होर, कल होर, परसों होर। आखिरकार गोइंदवाल साहब बसना शुरू हो गया। हुण उत्थे एक गल उन्हां ने लभी भी जदों ये गुरु के सिख सुनते सन, उदों नेड़ियों दूरों ਜਿਹੜੇ लोग गोइंदे नाल ईरखा करते सन, वो आके राती बनिया हुई कंधा ढा जाते सन, पर उन्हें सिख उत्थे ही रहिंदे ने और डरते भी किसी गलों नहीं। हुण उन्हां दा दा ना लग्गिया, उन्हां दा वक्त ना मिलिया, रात नूं आउंदे सन, वो ढा के चले जाते सन। गोइंदे दे मन विच भरम पाया सी भी भूतां प्रेतां दा वस है, ये ते जगह बड़ी करड़ी है। हुण सतगुरु दे सिखां ने भरम दूर कर दिता। उस नगर नूं जिहनूं ਉਹ उजाड़ना चाहुंदे सन, अज इहो जिहा वसिया होया। बहुतात गुरु अमरदास जी दे जीवन नाल संबंधित, गुरु रामदास जी दे जीवन नाल संबंधित, गुरु अर्जन पातशाह दे जीवन नाल संबंधित इत्थे अज स्थान है। गुरु अंगद साहब जी दे हुक्म नाल बाबा अमरदास जी ने 1546 ਦੇ ਵਿੱਚ याद रखियो जे गोइंदवाल साहब ਦੀ बसों वसाई सी। उस तो बाद ਵਿੱਚ गुरुआं ਦੇ हुक्म नाल ही, गुरु अंगद साहब जी ਦੇ हुक्म नाल ही बाबा अमरदास जी अपना परिवार ते अपने कबीले शरीके ਦੇ ਜਿਹੜੇ सेवक सन ਉਹ ਉੱਥੇ ਲੈ ਆਏ सन, जिन्हां ਦੇ ਮਨਾਂ ਵਿੱਚੋਂ ਭਰਮ ਵੀ ਮਿਟ ਗਿਆ ਸੀ। ਉਹ ਵਸਦਾ गोइंदवाल साहब ਅੱਜ भी सानू कई तरह के भरमां विचों कढ़ के धर्म के नेड़े होने की जाच सिखाउंदा है। ये गल आपां गुरु अमरदास जी के जीवन में खुल के करांगे। मैं पहलों भी बेनती की सी, गुरु नानक साहब ने ऐसा कार्य कर दिता कि लमेरे पेंडे करके बाकी गुरुआं नूं एडे सफर नहीं करने पे जिन्ना सफर सतगुरु गुरु नानक साहब ने किया सी। पर जिथे जिथे सिख संगतां नेड़े तेड़े अक्सर तां किसी दुख सुख विच गुरु साहब नूं सद्दा दिंदियां सन, सतगुरु जांदे भी सन। इवें दा एक छोटा जिहा प्रचारक दौरा गुरु अंगद साहब महाराज जी ने भी किया है। तुरे ने खडूर साहब तो ब्यासा पार कर सुल्तानपुर लोधी गुरु नानक साहब जी दीयां यादां
ਗੁਰੂ ਅੰਗਦ ਸਾਹਿਬ ਜੀ ਨੇ ਤਾਂ ਇੱਕ ਗੱਲ ਆਪਣੇ ਹਿਰਦੇ 'ਚ ਵਸਾਈ ਹੋਈ ਸੀ। ਇੱਥੋਂ ਦਾ ਹੀ ਭਾਈ ਪੈੜਾ ਸੀ, ਜਨਮ ਸਾਖੀ ਲਿਖਵਾਈ ਸੀ, ਯਾਦ ਰੱਖਿਓ ਜੀ। ਸੁਲਤਾਨਪੁਰ ਲੋਧੀ ਵਿੱਚ ਤਾਂ ਬਹੁਤ ਪਿਆਰ ਸੀ, ਬਹੁਤ ਕੁਛ ਉੱਥੋਂ ਯਾਦਾਂ ਜੁੜੀਆਂ ਹੋਈਆਂ ਸਨ। ਉੱਥੋਂ ਦੇ ਦਰਸ਼ਨ ਕਰ। ਅਗਲੇਰੇ ਪੰਧ ਤੇ ਜਾਂਦਿਆਂ ਆਪਣੇ ਨਗਰ ਮੱਤੇ ਦੀ ਸਰਾਂ, ਸਰਾਏ ਨਾਂਗਾ, ਇੱਕੋ ਚੀਜ਼ ਦੇ ਦੋ ਨਾਂ ਨੇ। ਤੇ ਉੱਥੋਂ ਗੁਰੂ ਅੰਗਦ ਸਾਹਿਬ ਜੀ ਸਿੱਖ ਸੇਵਕਾਂ ਨੂੰ ਮਿਲਦੇ, ਲੋਕਾਂ ਨੂੰ, ਸੰਸਾਰ ਨੂੰ ਰੱਬੀ ਰਾਹ ਦਿਖਾਉਂਦਿਆਂ, ਬਖਸ਼ਿਸ਼ਾਂ ਕਰਦਿਆਂ ਆਖਰਕਾਰ ਮੁੜਦੇ ਹੁੰਦੇ ਸੰਗਰ ਪਿੰਡ ਵਿੱਚ। ਇੱਕ ਵਾਰੀ ਮੈਂ ਛੋਟਾ ਜਿਹਾ ਦ੍ਰਿਸ਼ਟਾਂਤ ਤੁਹਾਡੇ ਸਾਹਮਣੇ ਰੱਖਾਂ। ਗੁਰੂ ਅੰਗਦ ਸਾਹਿਬ ਜੀ ਦੇ ਵਡੇਰੇ ਬਾਬਾ ਫੇਰੂ ਜੀ, ਉਹਨਾਂ ਦੇ ਪਿਤਾ ਜੀ, ਉਹ ਇੱਥੋਂ ਸਰਾਏ ਨਾਂਗਾ ਤੋਂ, ਇਹਨਾਂ ਦੇ ਬਜ਼ੁਰਗ ਵੀ, ਉਹ ਉੱਠ ਕੇ ਆ ਗਏ ਸਨ, ਕਿਉਂਕਿ ਉਹ ਨਗਰ ਦੇ ਉਜਾੜੇ ਦਾ ਕਾਰਨ ਬਣੀ ਜਾਂਦਾ ਸੀ ਵਾਰ-ਵਾਰ। ਉਹ ਸੰਗਰ ਆਏ ਤੇ ਸੰਗਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਹੁਰਾ ਪਰਿਵਾਰ ਹੈ। ਇੱਥੋਂ ਹੀ ਹਰੀ ਕੇ ਪੱਤਣ ਆਏ। ਇਹ ਵੀ ਆ ਕੇ ਬਾਬਾ ਫੇਰੂ ਜੀ ਨੇ ਇੱਥੇ ਥੋੜਾ ਸਮਾਂ ਜਿਹਾ ਵਪਾਰ ਕੀਤਾ ਸੀ, ਪਰ ਉਹ ਨਾ ਬਹੁਤਾ ਜੰਮ ਸਕਿਆ ਤੇ ਉੱਥੋਂ ਖਡੂਰ ਸਾਹਿਬ ਆ ਗਏ ਸਨ। ਹੁਣ ਇਹ ਜਿਹੜਾ ਸੰਗਰ ਹੈ, ਇਹ ਜਿਹੜਾ ਹਰੀ ਕਾ ਪੱਤਣ ਹੈ, ਇਹ ਲਾਗੇ ਲਾਗੇ ਹੀ ਨੇ, ਕੋਈ ਬਹੁਤੀ ਦੂਰ ਨਹੀਂ। ਇੱਥੋਂ ਦੀ ਸੰਗਤ ਦਾ ਅਕਸਰ ਆਉਣਾ ਜਾਣਾ ਵੀ ਬਣਿਆ ਰਹਿੰਦਾ ਸੀ। ਤੇ ਇੱਥੇ ਹਰੀ ਕੇ ਪੱਤਣ ਜਦੋਂ ਬਾਬਾ ਫੇਰੂ ਜੀ ਨੇ ਆ ਕੇ ਦੁਕਾਨ ਕੀਤੀ ਸੀ, ਵਪਾਰ ਸ਼ੁਰੂ ਕੀਤਾ ਸੀ, ਉਦੋਂ ਗੁਰੂ ਅੰਗਦ ਸਾਹਿਬ ਜੀ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਨੇ। ਤੇ ਕੁਦਰਤੀ ਗੱਲ ਹੈ, ਕੀ ਪਤਾ ਸੀ ਕੱਲ ਨੂੰ ਕਿਸੇ ਦੀਆਂ ਜ਼ਿੰਦਗੀ ਦੀਆਂ ਕਿੰਨੀਆਂ ਉੱਚੀਆਂ ਬੁਲੰਦੀਆਂ ਤੇ ਜਾਣਾ। ਉਸ ਵੇਲੇ ਇੱਥੇ ਬਾਬਾ ਲਹਿਣਾ ਜੀ ਇੱਕ ਏਸੇ ਨਗਰ ਦੇ ਅਮੀਰ ਬੰਦੇ, ਬਖਤਾਵਰ ਮੱਲ ਉਹਦਾ ਨਾਂ ਹੈ, ਤੇ ਉਹਦੇ ਨਾਲ ਦੋਸਤੀ ਪੈ ਗਈ ਤੇ ਨੇੜਤਾ ਬਣ ਗਈ ਤੇ ਹੱਸਦੇ ਖੇਡਦੇ ਰਹਿਣਾ, ਜਿਵੇਂ ਦਾ ਉਸ ਵੇਲੇ ਵਿਹਾਰ ਸੀ। ਹੁਣ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜਾ ਗੁਰੂ ਬਣ ਕੇ ਵਿੱਚੋਂ ਦੀ ਆਏ, ਹਰੀ ਕੇ ਪੱਤਣ ਆਏ, ਤੇ ਇੱਥੇ ਆਉਂਦੇ ਸਾਰ ਬਖਤਾਵਰ ਮੱਲ ਨੇ ਸਪੈਸ਼ਲ ਸੁਨੇਹਾ ਭੇਜਿਆ, ਭਈ ਅੱਜ ਸੰਗਤ ਵਿੱਚ ਮੈਂ ਵੀ ਆਉਣਾ। ਹੁਣ ਬਚਪਨ ਦੇ ਦੌਰ 'ਚ ਸਾਨੂੰ ਪਤਾ ਸੀ, ਗੁਰੂ ਅੰਗਦ ਸਾਹਿਬ ਜੀ ਨੂੰ ਪਤਾ ਸੀ ਵੀ ਇੱਕ ਐਡਾ ਵੱਡਾ, ਬਹੁਤ ਵੱਡਾ ਚੌਧਰੀ ਹੈ, ਬਹੁਤ ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਹੈ ਤੇ ਕਈ ਕੁਛ ਹੈ, ਤੇ ਥੋੜੀ ਬਿਰਤੀ ਵੀ ਹੰਕਾਰੀ ਹੈ। ਸਤਿਗੁਰੂ ਨੂੰ ਪਤਾ ਸੀ ਇਸ ਗੱਲ ਦਾ। ਹਜ਼ੂਰ ਨੇ ਕਿਰਪਾ ਕੀਤੀ, ਉਹਦਾ ਪਹਿਲਾਂ ਹੀ ਇੱਕ ਉੱਚਾ ਜਿਹਾ ਮੂੜਾ ਲਵਾ ਕੇ, ਆਸਣ ਲਵਾ ਕੇ, ਮੂੜਾ ਮਤਲਬ ਅੱਜ ਦੇ ਜ਼ਮਾਨੇ 'ਚ ਕੁਰਸੀ ਕਹਿ ਲਈਏ, ਤੇ ਉਹ ਕੁਰਸੀ ਵਾਂਗੂ ਲਵਾ ਕੇ ਸਤਿਗੁਰੂ ਨੇ ਪਹਿਲਾਂ ਹੀ ਪ੍ਰਬੰਧ ਕਰ ਦਿੱਤਾ। ਹੁਣ ਉਹ ਬਖਤਾਵਰ ਜੀ ਆਏ ਤੇ ਆਉਂਦੇ ਸਾਰ ਸੰਗਤ ਬਰਾਜੀ ਹੋਈ ਹੈ। ਗੁਰੂ ਸਾਹਿਬ ਇਸ ਲਈ ਵੀ ਸਾਰਿਆਂ ਨੂੰ ਸੌਖੇ ਦਰਸ਼ਨ ਹੋ ਸਕਣ ਤੇ ਬੋਲ ਸੁਣ ਸਕਣ, ਅੱਜ ਵਰਗੇ ਸਪੀਕਰਾਂ ਦਾ ਪ੍ਰਬੰਧ ਹੁੰਦਾ ਨਹੀਂ ਸੀ। ਤੇ ਉਸ ਵੇਲੇ ਸਾਰੀ ਗੱਲ ਨੂੰ ਸੋਚ ਕੇ ਮੰਜੀ ਦੇ ਉੱਤੇ ਸਤਿਗੁਰੂ ਜੀ ਬਰਾਜੇ ਹੋਏ ਨੇ, ਮੰਜਾ ਕਹਿ ਲਓ, ਤੇ ਉੱਥੇ ਨੇੜੇ ਮੂਹਰਾ ਰਾਇਆ ਹੋਇਆ ਬਖਤਾਵਰ ਦੇ ਬੈਠਣ ਵਾਸਤੇ। ਤੇ ਜਦੋਂ ਬਖਤਾਵਰ ਮੱਲ ਆਇਆ, ਉਹਨੇ ਨਾ ਤਾਂ ਨਮਸਕਾਰ ਕੀਤੀ, ਨਾ ਹੀ ਉਸ ਤਰ੍ਹਾਂ ਦੇ ਅਦਬ ਸਤਿਕਾਰ ਦੀ ਗੱਲ ਕੀਤੀ, ਤੇ ਨਾ ਹੀ ਆਪਣੇ ਮੂਹਰੇ ਤੇ ਬੈਠੇ, ਬਲਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਾ ਕੇ ਸਰਾਣੇ ਵਾਲੇ ਪਾਸੇ ਬੈਠ ਕੇ। ਹੁਣ ਸਮਾਜਿਕ ਰੀਤ ਹੈ ਵੀ ਜਿਨ੍ਹਾਂ ਨੂੰ ਅਸੀਂ ਅਦਬ ਦਿੰਦੇ ਹਾਂ ਤੇ ਉਹਨਾਂ ਨੂੰ ਅਸੀਂ ਸਰਾਣੇ ਵਾਲੇ ਪਾਸੇ ਰੱਖਦੇ ਹਾਂ, ਤੇ ਪੈਂਦ ਵਾਲੇ ਪਾਸੇ ਅੱਜ ਕੱਲ੍ਹ ਤੇ ਇਸ ਤਰ੍ਹਾਂ ਦੇ ਬੈੱਡ ਬਣ ਗਏ, ਬਖਰੇਵਾ ਖਤਮ ਹੋ ਗਿਆ, ਪਰ ਉਦੋਂ ਹੁੰਦੇ ਸੀ। ਸਰਾਣੇ ਵਾਲੇ ਪਾਸੇ ਆਪਣੇ ਤੋਂ ਜਿਹਨੂੰ ਵੱਡਾ ਸਮਝਦੇ, ਅਦਬ ਦਿੰਦੇ ਤੇ ਉਹਨਾਂ ਨੂੰ ਬਿਠਾਉਂਦੇ ਨੇ। ਹੁਣ ਇਹ ਗੁਰੂ ਅੰਗਦ ਸਾਹਿਬ ਜੀ ਦੇ ਬਰਾਬਰ ਤੇ ਬੈਠ ਵੀ ਸਰਾਣੇ ਵਾਲੇ ਪਾਸੇ ਗਿਆ। ਸੇਵਕਾਂ ਦੇ ਮਨਾਂ ਵਿੱਚੋਂ ਉੱਭਰਦੇ ਖਿਆਲ ਉਹਨਾਂ ਦੇ ਚਿਹਰਿਆਂ ਤੋਂ ਪ੍ਰਗਟ ਹੁੰਦੇ। ਗੁਰੂ ਅੰਗਦ ਸਾਹਿਬ ਜੀ ਨੇ ਬੜੇ ਠਰਮੇ ਨਾਲ ਇਸ਼ਾਰਾ ਕੀਤਾ ਵੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ।
ਹੁਣ ਇਹ ਕੁਦਰਤੀ ਗੱਲ ਹੈ ਵੀ ਜੋ ਕੁਛ ਅੰਦਰ ਹੋਵੇ, ਜ਼ੁਬਾਨ ਤਾਂ ਸਿਰਫ ਵਰਤਾਵੀ ਹੈ ਪਿਆਰਿਓ, ਜ਼ੁਬਾਨ ਤਾਂ ਸਿਰਫ ਵਰਤਾਉਂਦੀ ਹੈ, ਜ਼ੁਬਾਨ ਕੁਛ ਪੈਦਾ ਨਹੀਂ ਕਰਦੀ। ਜੋ ਜੀਵਨ ਦੇ ਭਾਂਡੇ ਵਿੱਚ ਪਾਇਆ ਹੁੰਦਾ ਹੈ, ਜ਼ੁਬਾਨ ਉਹਨੂੰ ਵਰਤਾਉਂਦੀ ਹੈ। ਹੁਣ ਬਖਤਾਵਰ ਮੱਲ ਦੀ ਬੋਲੀ ਵੀ ਜਿਹੜੀ ਹੈ ਨਾ, ਉਹ ਥੋੜੀ ਹੰਕਾਰੀ ਬਿਰਤੀ ਵਾਲੀ ਹੈ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ ਵੀ ਸੁਣਾਓ ਫਿਰ, ਸੁਣਿਆ ਤੁਸੀਂ ਬੜਾ ਨਾਮ ਕਮਾਇਆ, ਬੜੇ ਉੱਚੇ ਰੁਤਬੇ ਤੇ ਪਹੁੰਚੇ ਹੋ, ਅਸੀਂ ਬੜੀ ਤਰੱਕੀ ਕੀਤੀ ਹੈ। ਸਤਿਗੁਰੂ ਜੀ ਬੜੇ ਠਰਮੇ ਨਾਲ ਕਹਿਣ ਲੱਗੇ, ਅਸੀਂ ਤਾਂ ਕੀ ਪ੍ਰਾਪਤ ਕਰਨਾ ਸੀ, ਇਹ ਤਾਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਹੋ ਗਈਆਂ, ਇਹ ਤਾਂ ਗੁਰੂ ਨਾਨਕ ਸਾਹਿਬ ਨੇ ਤਰੁੱਠ ਕੇ ਝੋਲੀ ਪਾ ਦਿੱਤਾ। ਜਦੋਂ ਮੈਂ ਆਪਣੀ ਕਮਾਈ ਵੱਲ ਵੇਖਣਾ, ਮੈਨੂੰ ਆਪਣੀ ਕਮਾਈ ਛੋਟੀ ਲੱਗਦੀ ਹੈ, ਪਰ ਜਦੋਂ ਮੈਂ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਵੱਲ ਵੇਖਣਾ ਤੇ ਮੇਰਾ ਸਿਰ ਝੁਕ ਜਾਂਦਾ ਹੈ। ਇਹ ਤੇ ਉਹਨਾਂ ਦੀਆਂ ਬਖਸ਼ਿਸ਼ਾਂ ਨੇ। ਦਾਤਾਰ ਜੀ ਨੇ ਕਿਰਪਾ ਕੀਤੀ। ਹੁਣ ਬਖਤਾਵਰ ਮੱਲ ਕਹਿਣ ਲੱਗਾ ਵੀ ਮੈਂ ਵੀ ਬਹੁਤ ਉੱਚਾ ਰੁਤਬਾ ਹਾਸਲ ਕੀਤਾ ਹੈ, ਮੈਂ ਵੀ ਬੜਾ ਕੁਝ ਜ਼ਮੀਨ ਜਾਇਦਾਦ ਬਣਾਈ ਹੈ। ਸਾਹਿਬ ਕਹਿਣ ਲੱਗੇ ਠੀਕ ਹੈ, ਚੰਗਾ ਕੀਤਾ, ਬਹੁਤ ਵਧੀਆ ਕੀਤਾ, ਪਰ ਮੈਂ ਨਾਲ ਇੱਕ ਗੱਲ ਕਹਿਣੀ ਚਾਹੁੰਦਾ ਬਖਤਾਵਰ ਜੀ, ਉਹਨੂੰ ਥੋੜਾ ਜਿਹਾ ਚੇਤੇ ਵਿੱਚ ਰੱਖਿਓ। ਜ਼ਿੰਦਗੀ ਵਿੱਚ ਕਈਆਂ ਨੇ ਆਪਣਾ ਜੀਵਨ ਏਡਾ ਉੱਚਾ ਕਰ ਲਿਆ, ਉਹਨਾਂ ਨੂੰ ਆਪਣਾ ਨਾਂ ਉੱਚਾ ਕਰਨਾ ਨਹੀਂ ਪਿਆ, ਨਾਂ ਉੱਚਾ ਹੋ ਗਿਆ। ਕਈਆਂ ਨੇ ਜ਼ਮੀਨਾਂ ਜਾਇਦਾਦਾਂ ਦੇ ਆਸਰੇ ਆਪਣਾ ਨਾਂ ਏਡਾ ਉੱਚਾ ਕਰ ਲਿਆ, ਪਰ ਦੂਜੇ ਪਾਸੇ ਪੈਦਾ ਹੋਏ ਹੰਕਾਰ ਨੇ ਉਹਨਾਂ ਦਾ ਜੀਵਨ ਬਹੁਤ ਨੀਵਾਂ ਕਰ ਦਿੱਤਾ। ਜਦੋਂ ਕਦੇ ਵਿਕਾਰਾਂ ਦੀ ਪਕੜ ਵਿੱਚ ਮਨੁੱਖ ਜੀਵਨ ਗੁਜ਼ਾਰਦਾ ਹੈ, ਵਿਕਾਰ ਮਨੁੱਖ ਦੀ ਸ਼ਖਸੀਅਤ ਨੂੰ ਨੀਵੇਂ ਵਾਲੇ ਪਾਸੇ ਖਿੱਚ ਲੈ ਜਾਂਦੇ ਨੇ। ਤੇ ਜਦੋਂ ਕਦੇ ਬੰਦਾ ਨਿਰੰਕਾਰ ਦੀ ਯਾਦ ਵਿੱਚ ਜੁੜਦਾ ਹੈ, ਉਹਦੇ ਨਾਮ ਦੀ ਵਡਿਆਈ ਮਨੁੱਖ ਦੇ ਜੀਵਨ ਨੂੰ ਉੱਚਾ ਚੁੱਕ ਦਿੰਦੀ ਹੈ। ਬਹੁਤਾਤ ਸੰਸਾਰ ਵਿੱਚ ਐਸੇ ਵੀ ਲੋਕ ਨੇ ਜਿਨ੍ਹਾਂ ਨੇ ਧਨ ਦੌਲਤ ਦੇ ਨਾਂ ਤੇ ਆਪਣਾ ਨਾਂ ਵੱਡਾ ਕਰਨ ਦੀ ਕੋਸ਼ਿਸ਼ ਕੀਤੀ, ਸੱਚ ਕਰਕੇ ਜਾਣਿਓ ਜੀਵਨ ਨੀਵੇਂ ਹੀ ਦੇ ਗਏ। ਕੁਝ ਐਸੇ ਨੇ ਜਿਨ੍ਹਾਂ ਕੋਲ ਜ਼ਮੀਨਾਂ ਜਾਇਦਾਦਾਂ ਤਾਂ ਨਹੀਂ, ਪਰ ਉਹਨਾਂ ਨੇ ਰੱਬੀ ਰਾਹ ਤੇ ਤੁਰ ਕੇ ਆਪਣੇ ਜੀਵਨ ਦੇ ਪੱਧਰ ਨੂੰ ਗੁਰੂ ਦੀਆਂ ਰਹਿਮਤਾਂ ਨਾਲ ਏਡਾ ਉੱਚਾ ਚੁੱਕ ਲਿਆ, ਉਹਨਾਂ ਦੇ ਨਾਮਣੇ ਆਪੇ ਬਣ ਜਾਂਦੇ ਨੇ। ਦੂਜੀ ਗੱਲ, ਕਿਸੇ ਉੱਚੀ ਥਾਂ ਤੇ ਬੈਠਣ ਨਾਲ ਬੰਦਾ ਉੱਚਾ ਨਹੀਂ ਹੁੰਦਾ। ਉੱਚਾ ਹੁੰਦਾ ਹੈ ਜੀਵਨ ਉੱਚਾ ਚੁੱਕਣ ਨਾਲ। ਇੱਕ ਹੁੰਦਾ ਬੈਠਣਾ, ਇੱਕ ਹੁੰਦਾ ਬਿਠਾਉਣਾ। ਮੈਂ ਬੈਠਿਆ ਨਹੀਂ ਸੀ, ਮੈਨੂੰ ਗੁਰੂ ਨਾਨਕ ਸਾਹਿਬ ਨੇ ਤਖਤ ਤੇ ਬਿਠਾਇਆ ਸੀ। ਜੀਵਨ ਇਸ ਤਰ੍ਹਾਂ ਦਾ ਬਣਾ ਲਵੋ ਭਈ ਕੋਈ ਤੁਹਾਨੂੰ ਬਿਠਾਵੇ, ਆਪ ਨਾ ਬੈਠਣਾ ਪਵੇ। ਉੱਚੀਆਂ ਥਾਵਾਂ ਤੇ ਬੈਠ ਕੇ ਵੀ ਜੀਵਨ ਉੱਚੇ ਨਹੀਂ ਹੁੰਦੇ। ਹੁਣ ਗੁਰੂ ਦੇ ਘਰ ਤਾਂ ਯਾਦ ਰੱਖਿਓ ਜੇ, ਇੱਥੇ ਤਾਂ ਕਿਸੇ ਦਾ ਮੂੰਹ ਦੇਖ ਕੇ ਗੱਲ ਨਹੀਂ ਨਾ ਕੀਤੀ ਜਾਂਦੀ। ਇੱਥੇ ਤਾਂ ਜੋ ਵਰਤਦਾ ਮਨੁੱਖ ਦੀ ਜ਼ਿੰਦਗੀ 'ਚ ਸੱਚਾਈ ਹੈ, ਉਹਨੂੰ ਬਿਆਨ ਕੀਤਾ ਜਾਂਦਾ ਹੈ। ਹੁਣ ਜਿਹੜੇ ਇਹੋ ਜਿਹੇ ਅਮੀਰ ਲੋਕ ਹੁੰਦੇ ਨੇ, ਉਹਨਾਂ ਦਾ ਚੁਗਿਰਦਾ ਵੀ ਇਹੋ ਜਿਹਾ ਹੁੰਦਾ ਜਿਹੜੇ ਉਹਨਾਂ ਦੀ ਤਾਰੀਫ ਕਰਦੇ ਰਹਿਣ ਤੇ ਉਹਨਾਂ ਨੂੰ ਹਕੀਕਤ ਤੋਂ ਜਾਣੂ ਨਾ ਕਰਵਾਉਣ। ਜਦੋਂ ਇਸ ਹਉਮੈ ਦੇ ਪਰਦਿਆਂ ਨੂੰ ਪਾੜ ਕੇ, ਜਦੋਂ ਇਸ ਧਨ ਦੌਲਤ ਦੀ ਮਾਇਆ ਦੇ ਭਰਮਾਂ ਦੇ ਪਰਦਿਆਂ ਨੂੰ ਪਾੜ ਕੇ ਗੁਰੂ ਅੰਗਦ ਸਾਹਿਬ ਦੇ ਬੋਲਾਂ ਨੇ ਬਖਤਾਵਰ ਨੂੰ ਸੱਚ ਦਿਖਾਇਆ ਨਾ, ਉੱਠ ਕੇ ਗੁਰੂ ਚਰਨਾਂ ਤੇ ਪੈ ਗਿਆ। ਪਾਤਸ਼ਾਹ ਸੱਚ ਹੈ,
नहीं समझ सकिया, बड़ा भुलिया रहा। बचन ते गुरु तेग बहादुर साहब जी का मैं पहलों बेनती करा, पर ਉਹਨੂੰ ਆਪਾਂ ਇੱਥੇ ਸਮਝਣ ਵਾਸਤੇ ਜੇ ਵਰਤ ਲਈਏ ਨਾ ਤੇ ਬਹੁਤ ਗੱਲ ਸਾਮੀ ਪੱਧਰੀ ਜੀ ਹੋ ਜਾਏਗੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜਾ ਪਿਆਰਾ ਇੱਕ ਬੋਲ ਹੈ, ਕਹਿੰਦੇ ਸੱਜਣਾ ਤੈਨੂੰ ਰੱਬ ਦੀ ਪਹਿਚਾਣ ਹੀ ਤਾਂ ਆਉਣੀ ਹੈ, ਧਾਰਮਿਕ ਸਥਾਨਾਂ ਤੇ ਵੀ ਰਹਿ, ਧਾਰਮਿਕ ਕਿਰਿਆ ਵੀ ਕਰ, ਧਾਰਮਿਕ ਗ੍ਰੰਥਾਂ ਨੂੰ ਵੀ ਪੜ੍ਹ ਲੈ, ਸੇਵਾ ਵੀ ਕਰ ਲੈ, ਜੋ ਮਰਜ਼ੀ ਕਰ ਲੈ। ਜਿੰਨਾ ਚਿਰ ਅੰਦਰੋਂ ਹੰਕਾਰ ਨਹੀਂ ਜਾਂਦਾ ਤੂੰ ਕਰਤੇ ਪੁਰਖ ਦੀ ਪਹਿਚਾਣ ਨਹੀਂ ਕਰ ਪਾਏਗਾ। ਕਰਤੇ ਪੁਰਖ ਦੀ ਪਹਿਚਾਣ ਉਹੀ ਕਰਦੇ ਨੇ ਜੇ ਪ੍ਰਾਨੀ ਹਉਮੈ ਤਜੀ, ਕਰਤਾ ਰਾਮ ਪਛਾਨ, ਕਹੋ ਨਾਨਕ ਬੋ ਮੁਕਤ ਨਰ, ਇਹ ਮਨ ਸਾਚੀ ਮਾਨ। ਅੱਜ ਪਹਿਲਾ ਵਕਤ ਹੈ ਜਦੋਂ ਬਖਤਾਵਰ ਨੇ ਹੰਕਾਰ ਦੇ ਪਰਦਿਆਂ ਨੂੰ ਦੂਰ ਕਰਕੇ ਆਪਣੇ ਆਪੇ ਨੂੰ ਦੇਖਿਆ। ਗੁਰੂ ਅੰਗਦ ਸਾਹਿਬ ਜੀ ਦਾ ਸ਼ੁਕਰ ਕੀਤਾ, ਪਾਤਸ਼ਾਹ ਸਾਨੂੰ ਤੇ ਸੱਜਣ ਵੀ ਨਹੀਂ ਬਣਾਉਣਾ ਆਉਂਦਾ, ਮੈਂ ਤੇ ਸੱਜਣ ਹੋ ਕੇ ਵੀ ਹੰਕਾਰ ਦੀਆਂ ਗੱਲਾਂ ਕਰਨ ਆਇਆ ਸਾਂ, ਪਰ ਤੂੰ ਸੱਜਣ ਹੋ ਕੇ ਵੀ ਨਿਰੰਕਾਰ ਦੀਆਂ ਗੱਲਾਂ ਸਮਝਾ ਦਿੱਤੀਆਂ। ਗੁਰੂ ਚਰਨਾਂ ਵਿੱਚ ਜੁੜ ਗਿਆ। ਹਜ਼ੂਰ ਗੁਰੂ ਅੰਗਦ ਸਾਹਿਬ ਜੀ ਵਾਪਸ ਆ ਗਏ ਖਡੂਰ ਸਾਹਿਬ। ਜਿਵੇਂ ਪਹਿਲੇ ਗੁਰੂਆਂ ਨੇ, ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਹੁਤ ਵਧੀਆ ਸਿਧਾਂਤ ਘੜਿਆ ਘੜਾਇਆ ਗੁਰੂ ਅੰਗਦ ਸਾਹਿਬ ਜੀ ਦੇ ਸਾਹਮਣੇ ਰੱਖ ਦਿੱਤਾ ਸੀ ਭਈ ਇੱਥੇ ਸਰੀਰਕ ਰਿਸ਼ਤਿਆਂ ਦੀ ਮਹਾਨਤਾ ਨਹੀਂ ਹੈ, ਇੱਥੇ ਮਹਾਨਤਾ ਹੈ ਤੇ ਕੇਵਲ ਗੁਰਬਤ ਦੇ ਰਾਹ ਤੇ ਤੁਰਨ ਵਾਲਿਆਂ ਦੀ। ਪਤਾ ਵੀ ਨਹੀਂ ਸੀ ਲੱਗਿਆ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਨਿੱਤ ਦੇ ਕੰਮਾਂ ਵਿੱਚੋਂ ਹੀ ਬਾਬੇ ਲਹਿਣੇ ਨੂੰ ਪਰਖ ਲਿਆ ਸੀ, ਇਵੇਂ ਨਿੱਤ ਦੇ ਕੰਮਾਂ ਵਿੱਚੋਂ ਹੀ ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਅਮਰਦਾਸ ਜੀ ਨੂੰ ਪਰਖ ਲਿਆ ਸੀ। ਵੇਖ ਲੈਂਦੇ ਸਨ ਸਤਿਗੁਰੂ ਇਹਦੇ ਅੰਦਰ ਬਾਣੀ ਕਿੰਨੀ ਕੁ ਵਸੀ ਹੈ, ਇਹਦੇ ਅੰਦਰ ਕਿੰਨਾ ਕੁ ਪਿਆਰ ਜਾਗਿਆ ਹੈ। ਜਿਵੇਂ ਗੁਰੂ ਅੰਗਦ ਸਾਹਿਬ ਜੀ ਸਿੱਖਾਂ ਕੋਲੋਂ ਵਾਰ-ਵਾਰ ਪੁੱਛ ਗੁਰੂ ਨਾਨਕ ਸਾਹਿਬ ਦੇ ਕੌਤਕਾਂ ਨੂੰ ਬਿਸਮਾਦ ਅਵਸਥਾ ਵਿੱਚ ਜਾਂਦੇ ਸਨ, ਇਵੇਂ ਹੀ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੇ ਬਾਰੇ 'ਚ, ਗੁਰੂ ਨਾਨਕ ਸਾਹਿਬ ਜੀ ਦੇ ਬਾਰੇ 'ਚ ਗੁਰੂ ਦਰਬਾਰ ਵਿੱਚ ਬੈਠ ਕੇ ਬਾਣੀ ਸੁਣਨ ਦੀਆਂ ਗੱਲਾਂ ਵਿੱਚ, ਇਕਾਂਤ ਵਿੱਚ ਬੈਠ ਗੁਰਬਾਣੀ ਨੂੰ ਵਿਚਾਰਨ ਦੀਆਂ ਗੱਲਾਂ ਵਿੱਚ ਇੱਕ ਪਲ ਆਪਣਾ ਸਫਲ ਕਰਦੇ ਸਨ। ਭਾਵੇਂ ਬੁਢੇਪਾ ਆ ਜਾਂਦਾ ਹੈ, ਬੁਢੇਪੇ ਵਿੱਚ ਯਾਦ ਸ਼ਕਤੀ ਘਟ ਜਾਇਆ ਕਰਦੀ ਹੈ, ਪਰ ਜਿੱਥੇ ਗੁਰੂ ਦੀਆਂ ਰਹਿਮਤਾਂ ਹੋ ਜਾਣ ਨਾ ਉੱਥੇ ਗੱਲਾਂ ਭੁੱਲ ਜਾਂਦੇ ਨੇ। ਬਾਬਾ ਅਮਰਦਾਸ ਜੀ ਦੀ ਵਡੇਰੀ ਉਮਰ ਨੇ ਵੀ ਬਹੁਤੀ ਬਾਣੀ ਯਾਦ ਕਰ ਲਈ। ਬਾਬਾ ਅਮਰਦਾਸ ਜੀ ਨੇ ਵਡੇਰੀ ਉਮਰ ਵਿੱਚ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਤਨੋਂ ਮਨੋਂ ਕਮਾਇਆ। ਗੁਰੂ ਅੰਗਦ ਸਾਹਿਬ ਜੀ ਦੇ ਬੋਲਾਂ ਤੇ ਜੀਵਨ ਢਾਲ ਲਿਆ। ਜੇ ਕੋਈ ਉਹਦੀਆਂ ਅੱਖਾਂ ਵਿੱਚੋਂ ਤੱਕੇ ਤੇ ਗੁਰੂ ਦਿਸਦਾ ਹੈ, ਜੇ ਉਹਦੇ ਬੋਲਾਂ ਚੋਂ ਕੋਈ ਲੱਭੇ ਤੇ ਗੁਰੂ ਦਿਸਦਾ ਹੈ, ਜੇ ਉਹਦੇ ਕੰਨਾਂ ਚੋਂ ਕੋਈ ਗੱਲ ਵਿਚਾਰੀਏ ਇਹ ਕੀ ਸੁਣਦੇ ਹੋਣਗੇ ਤਾਂ ਉੱਥੇ ਵੀ ਗੁਰੂ ਹੀ ਗੱਲ ਚੱਲਦੀ ਹੈ। ਯਾਦ ਰੱਖਿਓ, ਜਿਸ ਭਾਂਡੇ ਵਿੱਚ ਅੰਮ੍ਰਿਤ ਪਾ ਦਈਏ ਨਾ ਤੇ ਜਦੋਂ ਉਹਨੂੰ ਕਿਤੇ ਠੋਕਰ ਲੱਗਦੀ ਹੈ, ਉਹ ਭਾਂਡਾ ਟੇਢਾ ਹੋ ਜਾਏ ਤੇ ਭਾਂਡੇ 'ਚ ਜੇ ਪਾਇਆ ਅੰਮ੍ਰਿਤ ਤੇ ਡੁੱਲਣਾ ਵੀ ਤਾਂ ਅੰਮ੍ਰਿਤ ਹੀ ਹੈ ਨਾ। ਇਹ ਤੇ ਸੁਭਾਵਿਕ ਜੀ ਗੱਲ ਹੈ। ਇਹੋ ਜਿਹਾ ਹੀ ਇੱਕ ਦ੍ਰਿਸ਼ਟਾਂਤ ਵਰਤਿਆ, ਇਹੋ ਜਿਹਾ ਹੀ ਇੱਕ ਕਾਰਨ ਵਰਤਿਆ। ਬਾਬਾ ਅਮਰਦਾਸ ਜੀ ਗੁਰੂ ਕੇ ਲੰਗਰਾਂ ਵਾਸਤੇ ਜਲ ਲੈ ਕੇ ਆ ਰਹੇ ਨੇ। ਇੱਕ ਦਿਨ ਅਚਾਨਕ
ਰਸਤਾ ਤੇ ਰੋਜ਼ ਦਾ ਸੀ, ਪਤਾ ਸੀ ਰਸਤੇ ਦੇ ਭੇਤੀ ਸਨ, ਤੇ ਇਸ ਲਈ ਨਿਝਾਕੋ ਕੇ ਆਉਂਦੇ ਜਾਂਦੇ ਸਨ। ਪਰ ਇੱਕ ਦਿਨ ਉਸ ਮੁਹੱਲੇ ਵਿੱਚ ਵਸਦੇ ਇੱਕ ਜੁਲਾਹਾ ਪਰਿਵਾਰ ਨੇ ਆਪਣੇ ਕੱਪੜੇ ਬੁਣਨ ਵਾਲੀ ਤਾਣੀ ਬਣਾਉਣ ਵਾਸਤੇ ਤੇ ਇੱਕ ਰੱਸੀ ਬੰਨਣ ਵਾਸਤੇ ਉਹਨਾਂ ਨੇ ਇੱਕ ਕੀਲਾ ਗੱਡ ਲਿਆ ਸੀ। ਹੁਣ ਉਹਨਾਂ ਨੇ ਆਪਣਾ ਕੰਮ ਤੇ ਕਰ ਲਿਆ, ਪਰ ਉਹ ਕੀਲਾ ਪੁੱਟਣਾ ਉੱਥੋਂ ਭੁੱਲ ਗਏ, ਨਹੀਂ ਪੱਟਿਆ। ਬਾਬਾ ਅਮਰਦਾਸ ਜੀ ਦਾ ਰਸਤਾ ਰੋਜ਼ ਦਾ ਸੀ, ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਪਰ ਅੱਜ ਪਤਾ ਨਹੀਂ ਸੀ ਵੀ ਰਾਹ ਦੇ ਵਿੱਚ ਕੀਲਾ ਹੈ। ਹਨੇਰੇ ਵਿੱਚੋਂ ਪੈਰ ਅੜਕਿਆ, ਡਿੱਗ ਪਏ, ਗੋਡੇ ਛਿੱਲੇ ਗਏ, ਬਾਹਾਂ ਛਿੱਲੀਆਂ ਗਈਆਂ, ਪਰ ਉਹ ਪਾਣੀ ਦਾ ਘੜਾ ਬਚਾ ਲਿਆ। ਜਦੋਂ ਇਵੇਂ ਖੜਾਕ ਹੋਇਆ ਤੇ ਉਦੋਂ ਘਰ ਵਿੱਚ ਗੱਲ ਚੱਲਦੀ ਹੈ। ਜਿਹੜਾ ਘਰ ਵਿੱਚ ਉਹ ਪੁਰ ਗਿਆ ਸੀ, ਉਹਨੇ ਆਵਾਜ਼ ਮਾਰੀ, ਕੌਣ ਹੈ? ਖੜਾਕ ਹੋਇਆ ਬਾਹਰ ਰਾਤ ਨੂੰ, ਆਵਾਜ਼ ਮਾਰੀ, ਕੌਣ ਹੈ? ਹੁਣ ਜਦੋਂ ਇਵੇਂ ਦੀ ਆਵਾਜ਼ ਸੁਣੀ ਤੇ ਕੋਲ ਪਈ ਘਰਵਾਲੀ ਨੇ, ਨੇੜੇ ਪਈ ਘਰਵਾਲੀ ਨੇ ਆਵਾਜ਼ ਦਿੱਤੀ, ਕਹਿਣ ਲੱਗੀ, ਕੋਈ ਗੱਲ ਨਹੀਂ, ਅਮਰੂ ਨਿਥਾਵਾਂ ਹੋਵੇਗਾ। ਉਹ ਜੋ ਕੁੜਮਾਂ ਦੇ ਘਰ ਆਪਣਾ ਬੁਢਾਪਾ ਇਵੇਂ ਦਾ ਬਤੀਤ ਕਰ ਰਿਹਾ ਹੈ। ਇਹ ਗੱਲ ਚੇਤਾ ਰੱਖਿਓ, ਮੈਂ ਬੇਨਤੀ ਕਰਨੀ ਚਾਹੁੰਦਾ, ਇੱਕ ਹੱਥ ਜੋੜ ਕੇ ਬਹੁਤ ਪਕੜ ਵਿੱਚ ਰੱਖਿਓ। ਜਦੋਂ ਖੇਤ ਨੂੰ ਵਾਹ ਸਵਾਰ ਕੇ ਕਿਸਾਨ ਬੀਜ ਬੀਜਦਾ ਨਾ, ਇੱਕ ਇੱਕ ਬੀਜ ਉਹ ਚੁਣ ਚੁਣ ਕੇ ਬੀਜਦਾ ਹੈ। ਇਹਦੇ ਚ ਘਾਹ ਫੂਸ ਕੁਛ ਵੀ ਚਲਾ ਨਾ ਜਾਏ। ਬੀਜਦਾ ਉਹ ਆਪਣੀ ਫਸਲ ਹੈ, ਪਰ ਬਹੁਤ ਵਾਰੀ ਫਸਲ ਦੇ ਨਾਲ ਘਾਹ ਫੂਸ ਵੀ ਪੈਦਾ ਹੋ ਜਾਂਦਾ ਹੈ। ਯਾਦ ਰੱਖਿਓ, ਕਈ ਵਾਰੀ ਇਹੋ ਜਿਹੇ ਨਗਰਾਂ ਦੇ ਵਿੱਚ ਵੀ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਗੁਰਮਤ ਦੀ ਵਰਖਾ ਦੇ ਵਿੱਚ ਵੀ ਅਣਭਿੱਜੇ ਰਹਿ ਜਾਂਦੇ ਨੇ। ਉਸ ਫਸਲ ਵਰਗੇ ਨਹੀਂ ਬਣ ਪਾਉਂਦੇ ਜਿਹੜੀ ਕੱਲ ਕਿਸੇ ਤੱਤ ਦਾ, ਜਿਹੜੀ ਕੱਲ ਕਿਸੇ ਦੇ ਕੰਮ ਆਉਣ ਵਾਲੀ ਹੋਵੇ। ਖੈਰ, ਜਦੋਂ ਇਹ ਘਰਵਾਲੀ ਨੇ ਬਚਨ ਬੋਲੇ ਵੀ ਅਮਰੂ ਨਿਥਾਵਾਂ ਹੋਵੇਗਾ, ਬਾਬਾ ਅਮਰਦਾਸ ਜੀ ਨੇ ਘੜਾ ਦੁਬਾਰੇ ਚੁੱਕ ਲਿਆ, ਬੜੇ ਅਦਬ ਨਾਲ ਪਿਆਰ ਨਾਲ ਕਹਿਣ ਲੱਗੇ, ਭਲੀਏ, ਜਦੋਂ ਮੈਨੂੰ ਸੰਨਿਆਸੀ ਨੇ ਬੋਲ ਬੋਲੇ ਸਨ, ਉਦੋਂ ਮੈਂ ਵਾਕਈ ਨਿਥਾਵਾਂ ਸੀ। ਇੰਨਾ ਲੰਮੇਰਾ ਸਮਾਂ ਤੀਰਥਾਂ ਤੇ ਇਸ਼ਨਾਨ ਕਰਦਿਆਂ ਥਾਂ ਹੀ ਤਾਂ ਲੱਭਦਾ ਸੀ ਵੀ ਕੋਈ ਥਾਂ ਮਿਲ ਜਾਏ, ਥਾਂ ਨਹੀਂ ਸੀ ਮਿਲੀ। ਹੁਣ ਜਦੋਂ ਦਾ ਮੈਂ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ 'ਚ ਆਇਆ, ਸੱਚ ਕਰਕੇ ਜਾਣੀ, ਸੰਨਿਆਸੀ ਨੇ ਬੋਲ ਕੇ ਸੀ, ਮੈਂ ਆਪਣੇ ਅੰਦਰ ਨੂੰ ਦੇਖਿਆ ਸੀ, ਵਾਕਈ ਨਹੀਂ ਸੀ ਕੋਈ ਮੇਰੀ ਥਾਂ। ਪਰ ਅੱਜ ਜਦੋਂ ਤੁਸੀਂ ਬੋਲ ਕਹਿੰਦੇ ਹੋ ਤੇ ਮੈਂ ਅੰਦਰ ਦੇਖਦਾ ਤੇ ਮੈਨੂੰ ਲੱਗਦਾ ਮੇਰੀ ਕੋਈ ਥਾਂ ਹੈ। ਹੁਣ ਮੈਂ ਨਿਥਾਵਾਂ ਨਹੀਂ ਹੈ। ਬੋਲ ਕਹਿ ਕੇ ਤੁਰ ਗਏ। ਕਈਆਂ ਨੇ ਇਸ ਗੱਲ ਨੂੰ ਇੰਨਾ ਵਧਾ ਚੜਾ ਦਿੱਤਾ ਭਈ ਉਹ ਬੀਬੀ ਕਮਲੀ ਹੋ ਗਈ, ਇਤਿਆਦਿਕ ਕਈ ਗੱਲਾਂ ਨਾਲ ਜੋੜ ਦਿੱਤੀਆਂ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਸਤਿਗੁਰੂ ਕਦੇ ਕਿਸੇ ਦਾ ਬੁਰਾ ਨਹੀਂ ਮਨਾਉਂਦੇ। ਇਹੋ ਪਾਪ ਪੁੰਨ ਦੀ ਵਿਚਾਰ ਵਿੱਚੋਂ ਤਾਂ ਗੁਰੂ ਕੱਢ ਰਿਹਾ ਸੀ। ਪਰ ਇਹ ਗੱਲ ਜਿਹੜੀ ਸੀ ਨਾ, ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਵੀ ਆ ਗਈ। ਜਦੋਂ ਦਰਬਾਰ 'ਚ ਪਹੁੰਚੀ, ਗੁਰੂ ਅੰਗਦ ਸਾਹਿਬ ਜੀ ਨੇ ਦੇਖਿਆ ਗੋਡਿਆਂ ਤੇ ਵੀ ਬਾਹਾਂ ਤੇ ਵੀ ਸੱਟਾਂ ਵੱਜੀਆਂ ਨੇ। ਸਤਿਗੁਰੂ ਬੜੇ ਪਿਆਰ ਨਾਲ ਕਹਿਣ ਲੱਗੇ, ਬਾਬਾ ਅਮਰਦਾਸ ਜੀ, ਇਹਨਾਂ ਨੇ ਤਨ ਦੀਆਂ ਸੱਟਾਂ ਤਾਂ ਦੇਖ ਲਈਆਂ, ਪਰ ਜਿਹੜੀ ਮਨ ਤੇ ਸੱਟ ਮਾਰੀ ਸੀ ਉਹ ਵੀ ਦੱਸ ਦਿਓ। ਬਾਬਾ ਅਮਰਦਾਸ ਜੀ ਨੇ ਆਖਿਆ ਵੀ ਉਹ ਜੁਲਾਹੀ ਕਹਿੰਦੀ ਸੀ, ਇਹ ਅਮਰੂ ਨਿਥਾਵਾਂ ਹੈ।
मैं हथ जोड़े सी भलीए, हुण मैं नथावां नहीं, मेरी कोई थां बन गई। गुरु अंगद साहब जी उठ के खलो गए, कहन लगे ये थां तेरे अंदर ही नहीं बनी, हुण तेरी थां बाहर भी बन गई है। सतगुरु गुरु अंगद साहब सच्चे पातशाह जी ने बाबा अमरदास जी नूं इशनान पान करवा, नवे बस्तर पा, गुरगद्दी दे अस्थान ते बिठा के अज बाबा बुढ़ा जी ने कड़ा प्रसाद दी देग बनाई, अरदास की। सतगुरु गुरु अंगद साहब सच्चे पातशाह ने अमृतमई बाणी दी पोथी, जिस विच गुरु नानक साहब दी पवित्र बाणी, गुरु अंगद साहब जी दी पवित्र बाणी ते नाल चेते रखियो भगत बाणी, वो सारे दा सारा खजाना गुरु अमरदास जी दी झोली विच पा ते नाल मत्था टेक। सतगुरु गुरु अंगद साहब जी ने गुरु अमरदास जी दियां झोलियां भर दित्तियां। तुम हो निमाने को मान, तुम हो निथावे को थान। कितनियां रहमतां दे नाल नवाज दिता, जिन्हां नूं कोई थां नहीं होवेगी, जिन्हां दा कोई मान नहीं होवेगा, जिन्हां दा कोई तान नहीं होवेगा, वो गुरु अमरदास जी दे चरनां विच आके हर तरह का प्यार हासिल कर सकणगे। ये गल नूं याद रखिए। आपां 31 मार्च 1504 नूं सराय नांगा गुरु अंगद साहब सच्चे पातशाह जी महाराज का प्रकाश होया सी ते कुदरत का ऐसा पाना वरतिया। ये भी मार्च का ही महीना है। 29 मार्च सन 1552 सतगुरु गुरु अंगद साहब सच्चे पातशाह गुरु अमरदास जी नूं गुरगद्दी ते बिठा अमृतमई बाणी का खजाना बख्शिश कर, अपने पुत्रां नूं पिता पुरखी समुची जमीन जायदाद दे के ते गुरु अमरदास जी नूं बचन कीता, तुसीं इत्थों जिवें मैं करतारपुर साहिब छड्डिया सी, तुसीं भी इहनूं छड्ड के गोइंदवाल साहिब चले जाना। ये बचन करके सतगुरु गुरु अंगद साहब सच्चे पातशाह जी महाराज कुछ समय बाद ज्योति जोत समा गए। गुरियाई तख्त ते गुरु अमरदास जी बराज गए। जिमें गुरु अंगद साहब जी ने अपने हथीं गुरु नानक साहब जी का संस्कार किया सी, उमें गुरु अमरदास जी ने गुरसिखां दे समेत परिवार के समेत सतगुरु गुरु अंगद साहब सच्चे पातशाह जी महाराज का संस्कार कर दिता खडूर साहब की धरती ते। दाता जी ने बड़ी बड़ी रहमत की। सतगुरु गुरु अंगद साहब महाराज जी का समुचा जीवन काल 47 साल 11 महीने अते 29 दिन का जीवन काल का सफर है। इन्होंने करीब 13 सालों के नेड़े गुरगद्दी की सेवा निभाई सी। 13 साल तो कुछ समा कुछ दिनों की गल है, घट ने ते इहदे नेड़े तेड़े गुरगद्दी की सेवा निभाई सी। सतगुरु गुरु अंगद साहब सच्चे पातशाह अज भी उन्हां अमृत बोलां दे रूप विच साडे कोल ने। असीं गुरु अंगद साहब महाराज जी नूं कदे भी उन्हां दे बाणी रूप दरबार विच बैठ के गुरु अंगद साहब जी दे दर्शन दीदार करके ਉਹ अवस्था ਨੂੰ ਮਾਣ सकते हैं। ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਸਮੁੱਚੀਆਂ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ। ਆਉਣ ਵਾਲਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ
ਤੇ ਬਾਕੀ ਗੁਰੂਆਂ ਦਾ ਜੀਵਨ ਇਵੇਂ ਹੀ ਲੜੀ ਆਪਾਂ ਸਾਰੇ ਰਲ ਮਿਲ ਕੇ ਸੇਵਾ ਨਿਭਾਉਂਦੇ ਰਵਾਂਗੇ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।